बिस्मिल्लाहिर्रहमानिर्रहीम। अस्सलाम वालेकुम नाजरीन, फार्मिंग एंड बिजनेस आइडियाज में फराज अब्बास की जानब से खुश आमदीद। इस वक्त 200 गोल्डन मिस्री मुर्गियों के जबरदस्त फार्म पर मौजूद हूँ। इस फार्म के मालिक ने 2 साल कबल यूट्यूब से वीडियोस देखकर ये कारोबार शुरू किया और कामयाबी के साथ इस कारोबार को चला रहे हैं और इससे नफा हासिल कर रहे हैं। ये जो सामने आपको शेड नजर आ रहा है, ये इन्होंने 10,000 रुपए में तैयार करवाया है और इसके अंदर 200 के करीब मुर्गियां आसानी के साथ आ सकती हैं। अब इन्होंने 6-7 माह कबल 200 चूजों से ये कारोबार शुरू किया। इन्होंने वो चूजे कितने में और कहां से खरीदे, इनको तैयार करने में क्या खर्चा आया, अब तक इनसे क्या नफा हासिल कर चुके हैं, इसी तरह की मालूमात हासिल की जाएंगी। ये वीडियो उन भाइयों के लिए बहुत मुफीद और कारआमद है जो गोल्डन मिस्री मुर्गियों का कारोबार करना चाहते हैं। तो वीडियो को मुकम्मल लाजमी देखें, इंशाअल्लाह अज़्ज़वजल फायदा जरूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। भाईजान कैसे हैं? अल्हम्दुलिल्लाह। भाई सब तो पहले अपना ते अपने इलाके का तारफ करवा दियो जी। मेरा नाम है खालिद महमूद घुमाना ते पीरूचक दे नाल साडा पिंड है भाने वाली, जिला है सियालकोट। खालिद साहब तुसी किन्ने अरसे तो मुर्गियां दा काम करदे हो पे? मैं जनाब तकरीबन 2 साल तो पे करना। माशाअल्लाह। ਤੁਹਾਨੂੰ ਇਹ ਮੁਰਗੀਆਂ ਪਾਲਣ ਦਾ ਆਈਡੀਆ ਖਿਆਲ ਕਿੱਥੋਂ ਆਇਆ? ਇਹ ਜਨਾਬ ਐਵੇਂ YouTube ਤੋਂ ਤੁਹਾਡੀਆਂ ਜਿਹੜੀਆਂ ਨਾ ਵੀਡੀਓ ਵੇਖ ਕੇ ਤੇ ਸਾਨੂੰ ਵੀ ਸ਼ੌਕ ਪਿਆ ਕਿ ਚਲੋ ਥੋੜੇ ਜਿਹੇ ਕੰਮ ਤੋਂ ਇਹ ਸਟਾਰਟ ਲਈਏ। ਮਾਸ਼ਾਅੱਲਾ ਸਰ, ਤੁਹਾਡਾ ਜਿਹੜਾ ਕਿ ਬੜਾ ਅੱਛਾ ਆਈਡੀਆ ਤੇ ਸੋਚ ਹੈ ਕਿ ਤੁਸੀਂ ਛੋਟੇ ਕੰਮ ਤੋਂ ਸ਼ੁਰੂ ਕੀਤਾ ਹੈ, ਬਜਾਏ ਇਸ ਦੇ ਕਿ ਵੱਡਾ ਕੰਮ ਸ਼ੁਰੂ ਕਰਦੇ ਉਹਨੂੰ ਖਿਲਾਰ ਪਾਉਂਦੇ। ਤੇ ਇਹ ਜਿਹੜੀਆਂ ਇਸ ਟਾਈਮ ਤੁਹਾਡੇ ਕੋਲ ਮੁਰਗੀਆਂ ਤਿਆਰ ਨੇ, ਇਹ ਤੁਸੀਂ ਕਿੰਨੇ ਮਹੀਨੇ ਪਹਿਲੇ ਇਹ ਮੁਰਗੀਆਂ ਜਿਹੜਾ ਨਾ ਚੂਜ਼ੇ ਲੈ ਕੇ ਆਏ ਸੋ ਆਪਣੇ ਫਾਰਮ ਤੇ? ਇਹ ਤਕਰੀਬਨ ਜੀ ਅਸੀਂ ਅੱਜ ਤੋਂ 6 ਮਹੀਨੇ ਪਹਿਲੇ ਲੈ ਕੇ ਆਏ ਸਾਜੇ। ਇੱਕ ਦਿਨ ਦਾ ਚੂਜ਼ਾ ਹੈਚਰੀ ਤੋਂ ਲਿਆ ਸੀ ਡਸਕਿਓਂ ਜੀ, ਤੇ 25 ਰੁਪਏ ਦਾ ਇੱਕ ਚੂਜ਼ਾ ਸਾਨੂੰ ਮਿਲਿਆ ਸੀ ਤੇ 200 ਚੂਜ਼ਾ ਆਸਾਨ ਦਾ ਸੀ। 200 5000 ਦਾ ਹੋ ਗਿਆ। ਹਾਂਜੀ ਜੀ। ਤੇ ਉਹ ਤਕਰੀਬਨ ਇੱਕ ਬੋਰੀ ਫੀਡ ਨਾਲ ਕੋ ਬਾਜਰਾ ਬੁਜਰਾ ਅਸਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਸਤੇਮਾਲ ਇਹਨਾਂ ਨੂੰ ਕਰਵਾਈਆਂ। ਇਹ ਸ਼ੁਰੂ ਸਟਾਰਟਿੰਗ ਚ ਇਹ ਉਹ ਜਿਹੜੀ ਫੀਡ ਹੈ ਉਹ ਸਟਾਰਟਰ ਫੀਡ ਸੀ ਜੀ। ਤੇ ਉਸ ਤੋਂ ਬਾਅਦ ਫਿਰ ਅੱਗੋਂ ਦੂਸਰੀ ਆਮ ਜਿਹੜੀ ਹੁੰਦੀ ਹੈ ਬਲੈਲਰ ਵਾਲੀ ਫੀਡ, ਉਹ ਵੀ ਚੱਲਦੀ ਰਹੀ ਹੈ। ਨਾਲ ਦੇਸੀ ਬਾਜਰਾ ਵਗੈਰਾ ਤੇ ਮਕਈ ਅਸੀਂ ਲੈ ਕੇ ਉਹਨੂੰ ਪਸਵਾ ਲੈਂਦੇ ਰਹੇ ਆ ਔਰ ਕਣਕ ਨਾਲ ਜਿਹੜੀ ਉਹਨੂੰ ਵੀ ਪਸਵਾ ਕੇ ਤੇ ਉਹ ਇਹਦੇ ਵਿੱਚ ਮਿਕਸ ਕਰਕੇ ਤੋਂ ਇਸਤੇਮਾਲ ਕਰਦੇ ਰਹੇ ਆ। ਅੱਛਾ, ਯਾਨੀ ਤੁਸੀਂ ਦੇਸੀ ਖੁਰਾਕ ਤੇ ਜਿਹੜੀ ਫੀਡ ਹੈ ਦੋਨੋਂ ਦਾ ਇਸਤੇਮਾਲ ਕੀਤਾ ਮਿਕਸ ਕਰਕੇ? ਜੀ ਜੀ। ਤੇ ਤੁਹਾਨੂੰ ਸਰ ਕਿੰਨਾ ਅਰਸਾ ਹੋ ਗਿਆ ਹੈ ਜਿਹੜੇ ਚੂਜ਼ੇ ਇੱਥੇ ਲਿਆਂਦੇ ਆ? ਇਹ ਤਕਰੀਬਨ 6 ਤੋਂ 7 ਮਹੀਨੇ ਹੋ ਚੱਲੇ ਨੇ। 7 ਮਹੀਨੇ ਹੋ ਗਏ ਨੇ ਜੀ। ਤੇ ਹੁਣ ਤੱਕ ਤੁਸੀਂ 200 ਲੈ ਕੇ ਆਏ ਹੋ ਚੂਜ਼ਾ? ਹਾਂਜੀ 200। ਇਹਨਾਂ ਦੀ ਤਿਆਰੀ ਤੱਕ ਕਿੰਨੇ ਫੀਡ ਦੇ ਤੁਸੀਂ ਬੋਰੀਆਂ ਇਸਤੇਮਾਲ ਕਰ ਚੁੱਕੇ ਹੋ? ਜਨਾਬ ਤਿਆਰੀ ਤੱਕ ਤੇ ਮੇਰਾ ਖਿਆਲ ਹੈ ਕਿ 12 ਤੋਂ 13 ਬੋਰੀਆਂ ਫੀਡ ਇਸਤੇਮਾਲ ਹੋ ਗਈ ਹੈ। ਇਹ ਤਿਆਰੀ ਕਿੰਨੀ ਦੇਰ ਪਹਿਲੇ ਹੋ ਗਈ ਸੀ ਇਹਨਾਂ ਦੀ? ਤਿਆਰੀ ਤਕਰੀਬਨ 5 ਤੋਂ 5.5 ਮਹੀਨੇ ਦੇ ਵਿੱਚ ਜਿਹੜਾ ਤਕਰੀਬਨ ਤਿਆਰ ਹੋ ਜਾਂਦਾ ਹੈ। ਤਿਆਰ ਹੋ ਜਾਂਦਾ ਹੈ। ਮੁਰਗਾ ਵੀ ਵਜ਼ਨ ਕਰ ਜਾਂਦਾ ਹੈ ਤੇ ਮੁਰਗੀ ਜਿਹੜੀ ਉਹ ਆਂਡੇ ਦੇਣਾ ਸ਼ੁਰੂ ਕਰ ਜਾਂਦੀ ਹੈ। ਅੱਛਾ, ਯਾਨੀ ਤੁਹਾਡੇ ਕਹਿਣ ਦਾ ਮਕਸਦ ਇਹ ਹੋਇਆ ਕਿ 5 ਤੋਂ 5.5 ਮਹੀਨੇ ਦੇ ਦੌਰਾਨ ਤੁਸੀਂ 12 ਤੋਂ 13 ਇਹਨਾਂ ਨੂੰ ਬੋਰੀਆਂ ਫੀਡ ਦੀਆਂ ਖਿਲਾ ਚੁੱਕੇ ਹੋ। ਜੀ ਜੀ। ਤੇ ਉਹ ਜਿਹੜੀ 12-13 ਬੋਰੀਆਂ ਹਨ ਫੀਡ ਦੀਆਂ, ਉਹ ਇੱਕ ਬੋਰੀ ਦਾ ਕੀ ਰੇਟ ਹੈ? ਉਹ ਪਹਿਲੇ ਤੇ ਜਦੋਂ ਆਹ ਸ਼ੁਰੂ ਕੀਤਾ 2600 ਰੁਪਏ ਦਾ ਰੇਟ ਸੀ ਜੀ। ਫਿਰ ਦਿਨ ਬ ਦਿਨ ਆਏ ਮਹੀਨੇ ਜਿਹੜਾ ਉਹਦਾ ਰੇਟ ਜਿਹੜਾ ਉਹ 100-150 ਵੱਧਦਾ ਗਿਆ ਤੇ ਇਸ ਵੇਲੇ ਉਹ ਜਿਹੜੀ ਹੈ ਨਾ ਬੋਰੀ ਉਹ 3100 ਰੁਪਏ ਦੀ 3100 ਦੀ ਹੈ। ਅਗਰ ਅਸੀਂ 3000 ਵੀ ਕਹਿ ਲਈਏ ਤੇ ਤਕਰੀਬਨ 36000 ਦੀ ਫੀਡ ਖਾ ਲਈਏ ਜੀ ਜੀ। ਤੇ 5000 ਤੁਸੀਂ ਉਹ ਜਿਹੜਾ ਕਿ ਇਹ ਤੁਸੀਂ ਇਹਨਾਂ ਨੂੰ ਖਰੀਦਿਆ ਸੀ ਉਹ 40000 ਤੁਸੀਂ ਇਹ ਕਹਿ ਲਓ। ਹਾਂਜੀ, ਇਹਨਾਂ ਦੀ ਤਿਆਰੀ ਤੱਕ। ਤੇ ਹੁਣ ਇਹਨਾਂ ਦੀ ਫੀਡ ਵਿੱਚ ਕੋਈ ਚੇਂਜਿੰਗ ਕੀਤੀ ਹੈ ਤੁਸੀਂ? ਜੀ, ਜਦੋਂ ਇਹ ਆਂਡੇ ਤੇ ਆਉਂਦੀ ਹੈ ਨਾ ਤੇ ਫਿਰ ਉਹ ਜਿਹੜੀ ਬਲੈਲਰ ਵਾਲੀ ਫੀਡ ਹੈ ਨਾ ਉਹਨੂੰ ਤੇ ਇਸਤੇਮਾਲ ਕਰਨ ਦਾ ਕੋਈ ਮਕਸਦ ਨਹੀਂ। ਹੁਣ ਲੇਅਰ ਫੀਡ ਇਸਤੇਮਾਲ ਕਰੀਦੀ ਹੈ, ਪਾਲਕ ਵਗੈਰਾ ਇਸਤੇਮਾਲ ਕਰੀਦੀ ਹੈ ਜਾਂ ਬਾਜਰਾ ਮਕਈ, ਉਹ ਅਸੀਂ ਆਲਰੇਡੀ ਇਸਤੇਮਾਲ ਕਰ ਰਹੇ ਹਾਂ। ਠੀਕ ਹੈ। ਅੱਛਾ ਸਰ, ਇੱਕ ਹੋਰ ਇੱਥੇ ਸਵਾਲ ਐਡ ਕਰਾਂ ਦਾ, ਤੁਸੀਂ ਮਾਸ਼ਾਅੱਲਾ ਜਿਹੜਾ ਸ਼ੈੱਡ ਬਣਾਇਆ ਉਹ ਮੈਨੂੰ ਬੜਾ ਪਸੰਦ ਆਇਆ।
ਆਪਣੇ ਸ਼ੈੱਡ ਦੇ ਬਾਰੇ ਚ ਦੱਸੋ ਦੀ ਉਚਾਈ ਲੰਬਾਈ ਤੇ ਚੌੜਾਈ ਤੇ ਕਿੰਨੇ ਵਿੱਚੋਂ ਬਣਿਆ ਹੈ? ਇਹਦੀ ਜਨਾਬ ਉਚਾਈ ਜਿਹੜੀ ਹੈ ਉਹ 4 ਫੁੱਟ ਹੈ, ਇਹਦੀ ਚੌੜਾਈ ਜਿਹੜੀ ਹੈ ਉਹ 6 ਫੁੱਟ ਹੈ ਤੇ ਇਹਦੀ ਲੰਬਾਈ ਜਿਹੜੀ ਹੈ ਉਹ 11 ਫੁੱਟ ਹੈ। ਅੱਛਾ। ਤੇ ਇਹ ਅਗਰ ਜਗ੍ਹਾ ਦਾ ਫੁੱਟਾਂ ਦਾ ਹਿਸਾਬ ਕੀਤਾ ਜਾਏ ਤਾਂ 11 ਚ 66 ਫੁੱਟ ਜਗ੍ਹਾ ਹੈ। ਠੀਕ ਹੈ। ਤੇ ਇੱਕ ਮੁਰਗੀ ਨੂੰ ਜਗ੍ਹਾ ਜਿਹੜੀ ਹੈ ਨਾ ਉਹ ਤਕਰੀਬਨ ਚਾਹੀਦੀ ਹੈ 1.5 ਫੁੱਟ ਸਕੁਅਰ ਫੁੱਟ ਜਿਹੜੀ ਹੈ ਨਾ ਉਹ ਜਗ੍ਹਾ ਚਾਹੀਦੀ ਹੁੰਦੀ ਹੈ ਇੱਕ ਮੁਰਗੀ ਨੂੰ। ਅੱਛਾ, ਉਹ ਤੇ ਸਾਇੰਸੀ ਤਰੀਕੇ ਨਾਲ ਪਰ ਸਾਡਾ ਤੇ ਝਟਕਿਆ ਜਿਹਾ ਤੇ ਦੇਸੀ ਮਾਹੌਲ ਹੁੰਦਾ ਹੈ। ਸਾਡਾ ਤੇ ਇਹ ਮਾਹੌਲ ਹੈ ਨਾ ਕਿ ਅਸਾਂ ਇਹਨਾਂ ਨੂੰ ਜਨਾਬ ਸਵੇਰ ਤੇ ਸ਼ਾਮ 2 ਟਾਈਮ ਜਿਹੜਾ ਨਾ ਬਾਹਰ ਅਸਾਂ ਲਾਜ਼ਮੀ ਇਹਨਾਂ ਨੂੰ ਫੇਰਨਾ ਹੁੰਦਾ, ਘੰਟਾ ਫੇਰੀਏ 1.5 ਯਾਨੀ ਇੱਕ ਟਾਈਮ ਦੇ ਵਿੱਚ ਜੀ। ਤੇ ਜੇ ਸਾਡੇ ਕੋਲ ਟਾਈਮ ਹੋਏ ਤੇ ਬਹੁਤ ਜ਼ਿਆਦਾ ਟਾਈਮ ਇਹਨਾਂ ਨੂੰ ਬਾਹਰ ਰੱਖੀਦਾ। ਅਸੀਂ ਕੋਲ ਹੋਈਏ ਯਾਨੀ ਕਿ ਕੁੱਤਾ ਕੋਈ ਬਿੱਲੀ ਕੋਈ ਇਸ ਤਰ੍ਹਾਂ ਦਾ ਕੋਈ ਨਿਓਲ ਇਹਨਾਂ ਨੂੰ ਨਾ ਪਏ ਤੇ ਤਕਰੀਬਨ ਬਾਹਰ ਹੀ ਜ਼ਿਆਦਾ ਰਹਿੰਦੀਆਂ ਨੇ। ਤੇ ਸਰ ਜਿਹੜਾ ਤੁਹਾਡਾ ਸ਼ੈੱਡ ਹੈ ਕਿੰਨੇ ਦਾ ਬਣਿਆ? ਇਹ ਸਕ੍ਰੈਪ ਦੇ ਵਿੱਚੋਂ ਲਈਆਂ ਸਾਂ ਜੱਟੀਆਂ ਸਾਂ ਜੀ ਤੇ ਜਾਲੀ ਜਾ ਕੇ ਡਸਕਿਉਂ ਲੈ ਆਂਦੀ ਸੀ ਤੇ ਕਾਰੀਗਰ ਨੂੰ ਇੱਥੇ ਲਿਆ ਕੇ ਤੇ ਸਾਰਾ ਕੁਝ ਉਹਨੂੰ ਦੱਸਿਆ ਕਿ ਇੰਨੀਆਂ ਟੀਆਂ ਨੇ ਤੇਰਾ ਕੋਈ ਵੇਖ ਲੈ। ਉਹਨੇ ਜਨਾਬ ਸਾਨੂੰ ਇੱਥੇ ਬਣਾ ਕੇ ਤੇ ਜਾਲੀ ਲਾ ਕੇ ਅਸਾਂ ਤੇ ਗਰਮੀਆਂ ਵਾਸਤੇ ਬਣਾਇਆ ਸੀ। ਅੱਗੋਂ ਸਿਆਲ ਵੀ ਮੁਰਗੀਆਂ ਸਾਡੇ ਕੋਲ ਰਹਿ ਗਈਆਂ ਤੇਰੇ ਉੱਤੇ ਕੋਈ ਤਰਪੂਲ ਪਾ ਛੜੀ ਦੀ ਹੈ ਤੇ ਬਿਹਤਰੀਨ ਅੰਦਰ ਇੱਕ ਲਾਈਟ ਲਾਈ ਹੈ ਮਾਸ਼ਾਅੱਲਾ ਤੇ ਉਹ ਬਿਹਤਰੀਨ ਮਾਹੌਲ ਹੈ। ਕੋਈ ਨਹੀਂ ਸਰਦੀ ਕੋਈ ਨਹੀਂ ਇਹਨਾਂ ਨੂੰ ਲੱਗ ਜੀ। ਤੇ ਸਰ ਕਿੰਨਾ ਖਰਚਾ ਆ ਗਿਆ ਸੀ? ਖਰਚਾ ਉਦੋਂ ਕੋਈ ਗਾਲਿਬਨ 5,000 ਦੀਆਂ ਸਾਨੂੰ ਟੀਆਂ ਮਿਲ ਗਈਆਂ ਸਨ ਜੀ ਤੇ ਤਕਰੀਬਨ ਮੇਰਾ 3,000 ਦੇ ਅੱਗੇ ਪਿੱਛੇ ਜਾਲੀ ਆ ਗਈ ਸੀ ਜੀ। ਬਾਕੀ ਕੋਈ ਰੁਪਈਆ 1,000-1,200 ਜਿਹੜਾ ਮਜ਼ਦੂਰ ਜਿਹਨੇ ਬਣਾਇਆ ਸੀ ਉਹ ਲੈ ਗਿਆ ਸੀ। ਤਕਰੀਬਨ 10,000 ਖਰਚਾ ਆ ਗਿਆ। ਤਕਰੀਬਨ 10,000। ਤੇ ਸਾਰੇ ਸ਼ੈੱਡ ਦੇ ਅੰਦਰ ਕਿੰਨੀਆਂ ਮੁਰਗੀਆਂ ਆਸਾਨੀ ਨਾਲ ਆ ਸਕਦੀਆਂ ਨੇ? ਜੇ ਤਾਂ ਸਿਆਸੀ ਤਰੀਕੇ ਨਾਲ ਰੱਖੋ ਤਾਂ ਤੁਹਾਨੂੰ ਮੈਂ ਪਹਿਲੇ ਅਰਜ਼ ਕੀਤਾ ਕਿ ਇਹ ਜਨਾਬ ਇੰਨੀਆਂ ਹੀ ਤੁਸੀਂ ਫੁੱਟ ਵੀ ਲਾਓ ਤੇ 11-66 ਫੁੱਟ ਤੇ 66 ਮੁਰਗੀਆਂ ਆ ਜਾਣਗੀਆਂ ਜੀ। ਤੇ ਜੇ 55 ਵੀ ਤੁਸੀਂ ਕਰ ਸਕਦੇ ਹੋ ਤੇ ਜ਼ਿਆਦਾ ਵੀ ਕਰ ਸਕਦੇ ਹੋ, ਉਹ ਵੀ ਕੋਈ ਨਹੀਂ ਮਸਲਾ। ਮੈਂ ਤੇ ਅੰਦਰੋਂ ਵੇਖਿਆ ਮੈਂ ਤੁਸੀਂ ਉਹ ਲਾ ਕੇ ਵਿੱਚ ਛੋਟੀਆਂ ਜੀ ਉਹ ਕੁਝ ਉੱਤੇ ਚਾੜ ਛੜੀਆਂ ਨੇ। ਮੈਂ 200 ਮੁਰਗੀ ਇਹਦੇ 'ਚ ਪਾਲੀ ਹੈ ਤੇ ਅਲਹਮਦੁਲਿਲਾ ਇਹਦੇ ਵਿੱਚ ਮੇਰਾ ਇੱਕ ਜਾਨਵਰ ਵੀ ਨੁਕਸਾਨ ਨਹੀਂ ਹੋਇਆ। ਮਾਸ਼ਾਅੱਲਾ ਮਾਸ਼ਾਅੱਲਾ। ਸਰ ਤੁਸੀਂ ਜ਼ਿਕਰ ਕੀਤਾ ਕਿ ਕੋਈ ਵੀ ਜਿਹੜਾ ਨਾ ਮੁਰਗੀ ਜਾਂ ਚੂਜ਼ਾ ਜ਼ਾਇਆ ਨਹੀਂ ਹੋਇਆ, ਤੁਸੀਂ ਕੀ ਹਿਕਮਤ ਅਮਲੀ ਅਪਣਾਈ ਜਾਂ ਇਹਨਾਂ ਨੂੰ ਕੀ ਖਿਲਾਇਆ ਕਿ ਇਹਨਾਂ ਨੂੰ ਅੱਲਾ ਦੀ ਜ਼ਾਤ ਨੇ ਬਿਮਾਰੀਆਂ ਤੋਂ ਮਹਿਫੂਜ਼ ਰੱਖਿਆ ਹੈ? ਬਿਮਾਰੀ ਤਾਂ ਵੇਖੋ ਜੀ ਆਈ ਹੈ ਨਾ, ਪਿਛਲੇ ਦਿਨਾਂ 'ਚ ਵੀ ਆਈ ਹੈ ਰਾਣੀ ਖੇਤ। ਮੈਂ ਜਿਉਂ ਹੀ ਜਾਨਵਰ ਬਾਹਰ ਕੱਢੇ ਨੇ ਤੇ ਉਹ ਮੈਨੂੰ ਨਾ ਇੱਕ ਮੁਰਗੀ ਨੇ ਵਿੱਚ ਸਬਜ਼ ਬਿੱਠ ਕੀਤੀ ਜੀ। ਮੈਂ ਜਦੋਂ ਵੀ ਜਾਨਵਰ ਬਾਹਰ ਕੱਢਣਾ ਇਹਨਾਂ ਦੀ ਬਿੱਠ ਵੱਲ ਮੈਂ ਖਾਸ ਤੇ ਤਵੱਜੋ ਰੱਖਣਾ ਵਾ ਕਿ ਯਾਨੀ ਕਿ ਇਹਨਾਂ ਨੂੰ ਕੋਈ ਬਿਮਾਰੀ ਤਾਂ ਨਹੀਂ। ਬਿੱਠ ਤੋਂ ਪਤਾ ਚੱਲਦਾ ਜਾਂ ਕੋਈ ਜਾਨਵਰ ਸੁਸਤ ਹੋਏ ਤੇ ਉਹ ਨਾ ਮੈਨੂੰ ਇੱਕ ਨਾ ਲੱਗਾ ਵਿੱਚ ਕਿ ਸਬਜ਼ ਬਿੱਠ ਹੈ। ਮੈਂ ਉਸ ਟਾਈਮ ਸਾਡੇ ਕੋਲ ਸਰਕਾਰੀ ਹਸਪਤਾਲ ਹੈ ਉੱਥੇ ਗਿਆ ਤੋਂ ਜਾ ਕੇ ਦਵਾਈ ਆਉਂਦੀ ਹੈ ਰਾਣੀ ਖੇਤ ਦੀ, ਉਸੇ ਦਿਨ ਹੀ ਮੈਂ ਉਹ ਦਵਾ ਚਲਾ ਦਿੱਤੀ ਇਹਨਾਂ ਨੂੰ। ਤੇ ਉਸ ਤੋਂ ਬਾਅਦ ਬਿਮਾਰੀ ਸ਼ਾਮ ਤੱਕ ਜਿਹੜੀ ਹੈ ਨਾ ਜਦੋਂ ਵੈਕਸੀਨ ਇਹਨਾਂ ਨੂੰ ਕਰਵਾ ਦਿੱਤੀ ਹੈ ਤੇ ਇਹ ਨਾ ਸੁਸਤ ਹੋ ਗਈਆਂ ਨੇ ਸਾਰੀਆਂ। ਉਸ ਤੋਂ ਬਾਅਦ ਫਿਰ ਇਹ ਵੇਖ ਕੇ ਮੈਂ ਕੋਈ ਥੋੜ੍ਹਾ ਜਿਹਾ ਆਪਣਾ ਤੁਹਾਡੀਆਂ ਉਹ ਜਿਹੜੀਆਂ ਵੀਡੀਓ ਨੇ ਉਹਨਾਂ ਤੋਂ ਵੇਖ ਕੇ ਇੱਕ ਨੁਸਖਾ ਹੀ ਮੇਰੇ ਕੋਲ ਯਾਦ ਸੀ ਮੈਨੂੰ ਜੀ, ਉਹ ਫਿਰ ਮੈਂ ਉਹ ਕੀਤਾ। ਸਰ ਉਹ ਕੀ ਨੁਸਖਾ ਸੀ? ਤੁਸੀਂ ਉਹਦੇ ਵਿੱਚ ਕੁਛ ਆਪਣੇ ਤਰੀਕਾ ਵੀ ਇਸਤੇਮਾਲ ਕੀਤਾ, ਕੁਛ ਉੱਥੋਂ ਤੁਸੀਂ ਹਾਸਲ ਕੀਤਾ ਨੁਸਖਾ, ਉਹ ਵੀ ਸਾਡੇ ਨਾਜ਼ਰੀਨ ਨੂੰ ਦੱਸੋ ਤਾਂ ਕਿ ਉਹਨਾਂ ਦਾ ਵੀ ਫਾਇਦਾ ਹੋਈਏ। ਉਹ ਜਨਾਬ ਨੁਸਖਾ ਇਹ ਸੀ ਕਿ ਮਿੱਠਾ ਗੰਡਾ ਜਿਹਨੂੰ ਹਾਂਜੀ ਮਿੱਠਾ ਗੰਡਾ ਹੀ ਉਹਨੂੰ ਆਉਂਦੇ ਨੇ। ਉਸ ਤੋਂ ਬਾਅਦ ਥੋਮ ਜੀ, ਉਸ ਤੋਂ ਬਾਅਦ ਅਦਰਕ ਲੈ ਲਓ, ਹਰੀ ਮਿਰਚ ਲੈ ਲਓ ਤੇ ਇਹ ਤਿੰਨਾਂ ਚੌਂ ਚੀਜ਼ਾਂ ਨੂੰ ਲੈ ਕੇ ਨਾ ਤੇ ਅੱਛੀ ਤਰ੍ਹਾਂ ਜਿਹੜਾ ਉਹ ਗ੍ਰੈਂਡ ਕਰ ਲਵੋ। ਉਹਦੇ ਵਿੱਚ ਤੁਸੀਂ ਸਫੈਦ ਜ਼ੀਰਾ ਜੀ ਤੇ ਸੌਂਫ ਤੇ ਜਵੈਣ ਥੋੜੀ ਜਿਹੀ ਸ਼ਾਮਲ ਕਰ ਲਵੋ ਕੁੱਟ ਕੇ ਉਹਦੇ ਵਿੱਚ ਫਿਰ ਆਟਾ ਜਿਹੜਾ ਨਾ ਉਹ ਮਿਲਾ ਲਓ, ਉਹਨੂੰ ਸਖਤ ਕਰ ਲਵੋ। ਸਖਤ ਕਰਨ ਤੋਂ ਬਾਅਦ ਉਹਨਾਂ ਦੀਆਂ ਗਰੋਲੀਆਂ ਬਣਾ ਕੇ ਉਹ ਇਹਨਾਂ ਨੂੰ ਪਾ ਦਿਓ ਤੇ ਉਹ ਜਿਹੜੀ ਫੀਡ ਹੈ ਛੱਡ ਦੇਣ ਇਹਨਾਂ ਦੀ ਯਾਨੀ ਕਿ ਭੁੱਖ ਖਤਮ ਹੋ ਜਾਂਦੀ ਹੈ। ਉਹ ਸਿਰਫ ਇਹ ਭੁੱਖ ਵਧਾਉਣਗੇ, ਇਹ ਨੁਸਖਾ ਹੈ ਭੁੱਖ ਵਧਾਉਣ ਵਾਸਤੇ। ਇਨਸ਼ਾਅੱਲਾ ਇਹ 24 ਘੰਟਿਆਂ ਦੇ ਵਿੱਚ ਫੀਡ ਜਿਹੜੀ ਹੈ ਨਾ ਇਹ ਚੁੱਕ ਜਾਣਗੇ ਫਿਰ। ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਜਨਾਬ। ਤੇ ਇਹ ਦੱਸੋ ਜਦੋਂ ਤੁਸੀਂ ਚੂਜ਼ੇ ਲਏ ਹਨ ਹੈਚਰੀ ਤੋਂ ਜੀ, ਤੁਸੀਂ ਉਹਨਾਂ ਕੋਲ ਮੁਰਗੀਆਂ ਸਮਝ ਕੇ ਲੈਂਦੇ ਹੋ ਜਾਂ ਕਿ ਮਿਕਸ ਹੀ ਲੈਂਦੇ ਹੋ? ਨਹੀਂ ਜੀ, ਉੱਥੋਂ ਅਗਰ ਕਿਸੇ ਨੇ ਮੁਰਗੀਆਂ ਵੀ ਲੈਣੀਆਂ ਹੋਣ ਜਾਂ ਨਿਰੇ ਮੁਰਗੇ ਲੈਣੇ ਹੋਣ ਤਾਂ ਫਿਰ ਉਹ ਆਉਂਦੇ ਨੇ ਅਸੀਂ ਡਾਕਟਰ ਮੰਗਵਾਉਂਦੇ ਹਾਂ
ਉਹ ਡਾਕਟਰ ਜਿਹੜਾ ਇਹਨਾਂ ਦੀ ਪਹਿਚਾਣ ਕਰਦਾ, ਅਸੀਂ ਖੁਦ ਨਹੀਂ ਕਰ ਸਕਦੇ। ਉਹਦਾ ਖਰਚਾ ਹੁੰਦਾ, ਉਹਦਾ ਖਰਚਾ ਉਹਨੂੰ ਹੀ ਪੈਣਾ ਹੁੰਦਾ ਜਿਹਨੇ ਖਰੀਦਣੀਆਂ ਨੇ। ਤੇ ਅਸੀਂ ਤਾਂ ਮਿਕਸ ਹੀ ਆਂਦਾ, ਜੇ ਪਿਛਲੀ ਵਾਰੀ ਵੀ ਮਿਕਸ ਆਂਦਾ ਸੀ ਜੀ, ਤੇ ਐਤਕਾਂ ਵੀ ਆਹ ਮਿਕਸ ਹੀ ਆਂਦਾ। ਤੇ ਸਰ ਜਿਹੜੇ ਤੁਹਾਡੇ 200 ਚੂਜ਼ੇ ਹਨ ਉਹਨਾਂ ਵਿੱਚੋਂ ਕਿੰਨੀਆਂ ਮੁਰਗੀਆਂ ਤੇ ਕਿੰਨੇ ਮੁਰਗੇ ਨਿਕਲੇ? ਇਹ ਤਕਰੀਬਨ 50-50 ਰਿਹਾ ਕੰਮ। ਕੋ 100 ਮੁਰਗਾ ਸੀ, ਕੋ 100 ਮੁਰਗੀ ਸੀ। ਵਿੱਚੋਂ ਕੋਈ ਜਾਨਵਰ ਜਿਹੜੇ ਨੇ ਕਮਜ਼ੋਰ ਸਨ, ਉਹ ਆ ਜਾਂਦੇ ਨੇ ਵਿੱਚ 2 ਨੰਬਰ ਚੂਜ਼ੇ ਪਾ ਦਿੰਦੇ ਨੇ। ਉਹ ਵਿੱਚ ਕੋਈ ਥੋੜ੍ਹੇ ਜਿਹੇ ਜਿਹੜੇ ਨੇ ਉਹਨੂੰ ਯਾਨੀ ਕਿ 5 ਤੋਂ 10 ਜਾਨਵਰ ਕਹਿ ਲਓ ਤੁਸੀਂ, ਉਹ ਜਿਹੜੇ ਨੇ ਉਹ ਜ਼ਾਇਆ ਵੀ ਹੋ ਜਾਂਦੇ ਨੇ ਕਿਉਂਕਿ ਹੈਚਰੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ। ਤੇ ਬਾਕੀ ਅਲਹਮਦੁਲਿਲਾ ਕਿ ਬਿਮਾਰੀ ਦੇ ਨਾਲ ਕੋਈ ਜਿਹੜਾ ਨਾ ਉਹ ਨਹੀਂ ਜ਼ਾਇਆ ਨਹੀਂ ਹੋਇਆ। ਉਹਦੀ ਵਜ੍ਹਾ ਇਹ ਵੇ ਕਿ ਜਿਹੜੀਆਂ YouTube ਤੋਂ ਤੁਹਾਡੀਆਂ ਵੀਡੀਓ ਵੇਖ ਕੇ ਸਾਨੂੰ ਮਦਦ ਹਾਸਲ ਹੁੰਦੀ ਹੈ ਨਾ। ਜੀ ਜੀ, ਇਹ ਸਾਰਾ ਜਿਹੜਾ ਦਾਰੋਮਦਾਰ ਜਿਹੜਾ ਨਾ ਇਹੋ ਹੀ ਹੈ ਕਿ ਵੀਡੀਓ ਦੇ ਵਿੱਚ ਬੜੇ ਬੜੇ ਅੱਛੇ ਨੁਕਸੇ ਔਰ ਬੜੇ ਬੜੇ ਲੋਕ ਉਸਤਾਦ ਨੇ ਜੀ। ਜੀ ਸਰ, ਬਸ ਮਾਸ਼ਾਅੱਲਾ ਤੁਹਾਡੇ ਵਰਗੇ ਅੱਛੇ ਲੋਕ ਮਿਲ ਜਾਂਦੇ ਨੇ। ਤੁਸੀਂ ਵੇਖੋ ਨਾ, ਹੁਣ ਜਿਹੜਾ ਨੁਸਖਾ ਦੱਸਿਆ ਤੁਸੀਂ ਉਹਦੇ ਵਿੱਚ ਜਿਹੜਾ ਇਜ਼ਾਫਾ ਕੀਤਾ ਉਹ ਤੁਸੀਂ ਸ਼ੇਅਰ ਕੀਤਾ ਹੈ। ਅੱਲਾ ਦੀ ਜ਼ਾਤ ਕਰਮ ਕਰੇ ਤੇ ਕਿਸੇ ਨਾ ਕਿਸੇ ਦਾ ਜੇ ਤੂੰ ਫਾਇਦਾ ਹੋਏਦਾ। ਜੀ ਜੀ ਬਿਲਕੁਲ, ਕਿਉਂ ਨਹੀਂ ਜੀ, ਸਾਡਾ ਵੀ ਕਾਫੀ ਫਾਇਦਾ ਹੋਇਆ। ਤਾਂ ਅਸੀਂ ਤੇ ਆਨੇ ਆ ਕਿ ਜਿੰਨਾ ਵੀ ਇਹ ਰੱਖੀਆਂ ਨੇ, ਜਿਹੜਾ ਵੀ ਸ਼ੌਕ ਕਰਨ ਦੇ ਨੇ ਜੀ, ਸਾਰਿਆਂ ਦਾ ਫਾਇਦਾ ਹੋਏ। ਤੇ ਕਾਰੋਬਾਰ ਜਿੰਨੇ ਵੀ ਇਹ ਸਟਾਰਟ ਕਰਨਾ ਉਹ ਬਿਲਕੁਲ ਛੋਟੇ ਪੈਮਾਨੇ ਤੋਂ ਕਰੇ ਜੀ। ਅੱਛਾ ਖਾਲਦ ਭਾਈ, ਇਹ ਦੱਸੋ ਤੁਸੀਂ ਮਾਸ਼ਾਅੱਲਾ 200 ਚੂਜ਼ੇ ਲੈ ਕੇ ਆਏ ਹੋ। ਚੂਜ਼ਿਆਂ ਦਾ ਰੇਟ ਦੱਸਿਆ 5000, ਉਹ ਤਕਰੀਬਨ 10000 ਦਾ ਸ਼ੈੱਡ 15000, ਇਸ ਤੋਂ ਇਲਾਵਾ ਫੀਡ ਤਕਰੀਬਨ 36000 ਦੀ। ਇਹ 5.5 ਮਹੀਨੇ ਚ ਨਾ ਖਾਧੀ ਹੈ ਤੇ ਇਹ ਤੁਹਾਡਾ ਤਕਰੀਬਨ ਕੋਈ 50000 ਦੇ ਅਰਾਊਂਡ ਖਰਚਾ ਆ ਗਿਆ ਜੀ। ਤੇ ਤੁਹਾਨੂੰ ਹੁਣ ਤੱਕ ਇਹਨਾਂ ਕੋਲ ਕੀ ਹਾਸਲ ਹੋਇਆ? ਕੋਈ ਆਪਣਾ ਜਿਹੜਾ ਖਰਚਾ ਕੀਤਾ ਜੋ ਮਿਲਿਆ ਕਿ ਨਹੀਂ ਮਿਲਿਆ? ਜਨਾਬ ਖਰਚੇ ਦਾ ਇਹ ਵੇ ਕਿ ਮਾਸ਼ਾਅੱਲਾ ਮੁਰਗੇ ਸਾਡੇ ਤਕਰੀਬਨ 1.5 ਮਹੀਨੇ ਤੋਂ ਬਾਅਦ ਨਾ 45 ਦਿਨ ਤੋਂ ਬਾਅਦ ਮੁਰਗਾ ਸਾਡਾ ਜਿਹੜਾ ਛੋਟਾ ਬੱਚਾ ਹੀ ਸੇਲ ਹੋਣਾ ਸ਼ੁਰੂ ਹੋ ਗਿਆ ਸੀ। ਇਹ 1.5 ਮਹੀਨੇ ਦਾ ਹੀ? 1.5 ਮਹੀਨੇ ਦਾ। ਉਦੋਂ ਕਿੰਨੇ ਦਾ ਸੇਲ ਕਰਦੇ ਹੋ ਤੇ ਹੁਣ ਕਿੰਨੇ ਦਾ ਸੇਲ ਕਰਦੇ, ਥੋੜਾ ਵੀ ਦੱਸੋ। ਉਦੋਂ ਜਨਾਬ ਜਦੋਂ 1.5 ਮਹੀਨੇ ਦਾ ਸੀ, ਉਦੋਂ ਤਕਰੀਬਨ 125 ਤੇ 150 ਦੇ ਵਿੱਚ ਜਿਹੜਾ ਸੇਲ ਹੋ ਜਾਂਦਾ ਸੀ ਜੀ। ਤੇ ਉਹ ਪਿੰਡੋਂ ਹੀ ਆ ਜਾਂਦੇ ਸਨ, ਪਿੰਡਾਂ ਦੇ ਬੱਚੇ ਉਹ ਆ ਕੇ ਲੈ ਜਾਂਦੇ ਸੀ। ਅੱਛਾ ਖਾਲਦ ਭਾਈ, ਹੁਣ ਤੱਕ ਤੁਹਾਡੇ ਕਿੰਨੇ ਮੁਰਗੇ ਸੇਲ ਹੋਏ ਨੇ ਤੇ ਕਿਸ ਹਿਸਾਬ ਨਾਲ ਸੇਲ ਹੋਏ ਨੇ, ਥੋੜਾ ਵੀ ਦੱਸ ਦਿਓ। ਉਹ ਜਨਾਬ ਤਕਰੀਬਨ 45 ਦਿਨ ਤੋਂ ਬਾਅਦ ਜਿਹੜਾ ਨਾ ਉਹ ਮੁਰਗਾ ਸਾਡਾ ਸੇਲ ਹੋਣਾ ਸ਼ੁਰੂ ਹੋ ਗਿਆ ਸੀ ਜੀ। ਉਦੋਂ 125 ਤੋਂ ਲੈ ਕੇ ਤੇ 150 ਦੇ ਵਿੱਚ, ਯਾਨੀ 130 ਦਾ 35 ਦਾ ਜਿਹੜਾ ਨਾ, ਬਲਕਿ 150 ਤੱਕ ਵੀ ਜਾਂਦਾ ਰਿਹਾ। ਤੇ ਹੁਣ ਉਦੋਂ ਤੋਂ ਲੈ ਕੇ ਕੁਝ ਫਿਰ 300 ਦੇ ਆ ਕੇ ਅਸੀਂ ਖਲੋ ਰਹੇ, ਯਾਨੀ ਹਰ ਮਹੀਨੇ ਤੋਂ ਬਾਅਦ ਉਹਦਾ ਜਿਹੜਾ ਰੇਟ ਅਸੀਂ ਵਧਾਉਂਦੇ ਗਏ ਹਾਂ। ਤਕਰੀਬਨ 15 ਦਿਨ ਤੋਂ ਬਾਅਦ, ਮਹੀਨੇ ਬਾਅਦ ਜਿਹੜਾ ਜਿਸ ਤਰ੍ਹਾਂ ਫੀਡ ਖਾਂਦਾ ਗਿਆ, ਵਜ਼ਨ ਕਰਦਾ ਗਿਆ, ਰੇਟ ਵੱਧਦਾ ਗਿਆ। ਉਸ ਤੋਂ ਬਾਅਦ ਜਦੋਂ ਉਹ ਮਸਲ ਪੂਰਾ ਗੋਸ਼ਤ ਦੇ ਲਾਇਕ ਹੋ ਗਿਆ, ਉਦੋਂ ਫਿਰ ਉਹਦਾ ਰੇਟ ਅਸਾਂ ਤਕਰੀਬਨ 3 ਮਹੀਨੇ ਤੋਂ ਬਾਅਦ ਜਿਹੜਾ 600 ਰੁਪਇਆ ਕਰ ਦਿੱਤਾ। ਤੇ ਫਿਰ ਕੋਈ ਮਹੀਨਾ ਠਹਿਰ ਕੇ ਜਿਹੜੇ ਸਾਡੇ ਕੋਲ ਬਚ ਗਏ ਹਨ ਉਹ 800 850 ਦੇ ਹਿਸਾਬ ਨਾਲ ਜਿਹੜੇ ਮੁਰਗੇ ਨੇ ਆਹ ਸੇਲ ਕਰ ਛੜੇ ਸਨ। ਜਦੋਂ ਮੁਰਗੀ ਸਾਡੀ ਆਂਡਾ ਦੇਣ ਲੱਗ ਪਈ, ਸਾਨੂੰ ਫਿਰ ਮੁਰਗੇ ਦੀ ਇੰਨੀ ਜ਼ਰੂਰਤ ਨਹੀਂ ਸੀ। ਹੁਣ ਵੀ ਅਸਾਂ ਰੱਖੇ ਨੇ 10 ਮੁਰਗੀਆਂ ਦੇ ਉੱਤੇ 1 ਮੁਰਗੇ ਦੀ ਜ਼ਰੂਰਤ ਹੁੰਦੀ ਹੈ। ਤੇ ਸਰ ਹੁਣ ਜਿਹੜੇ ਤੁਸੀਂ ਲਾਸਟ ਟਾਈਮ ਸੇਲ ਕੀਤੇ ਨੇ ਉਹ 850 ਦੇ ਸੇਲ ਕੀਤੇ ਨੇ ਜਾਂ ਕੋਈ ਇਸ ਤੋਂ ਜ਼ਿਆਦਾ ਵੀ ਸੇਲ ਹੋਇਆ? ਨਹੀਂ ਜੀ, 850 ਰੁਪਏ ਦਾ ਜਿਹੜਾ ਉਹ ਸੇਲ ਕੀਤਾ। ਉਸ ਤੋਂ ਬਾਅਦ ਆਏ ਨੇ ਗਾਹਕ ਸਾਨੂੰ ਦੇ ਹੜੋ 1000 ਤੱਕ ਵੀ ਆਏ ਨੇ। ਅਸਾਂ ਕਿ ਹੁਣ ਅਸਾਂ ਵੇਚ ਦਿੱਤੇ ਨੇ। ਉਹ ਸਿਰਫ ਸਾਡੀ ਮਜਬੂਰੀ ਇਹ ਸੀ ਕਿ ਸਾਡੇ ਕੋਲ ਜਗ੍ਹਾ ਘੱਟ ਸੀ, ਮੁਰਗੀਆਂ ਜ਼ਿਆਦਾ ਸਨ ਜੀ। ਤੇ ਉਹ ਫਿਰ ਜਗ੍ਹਾ ਦੀ ਪ੍ਰੋਬਲਮ ਬਣਦੀ ਸੀ। ਉਹ ਅਸੀਂ ਤੇ ਆਪਣੀ ਜਗ੍ਹਾ ਵਾਸਤੇ ਜਿਹੜਾ ਬਹੁਤ ਸਸਤਾ ਮੁਰਗਾ ਜਿਹੜਾ ਸੇਲ ਕੀਤਾ ਜੀ। ਸਰ 1-2 ਵੀਡੀਓ ਬਣਾਈ, ਉਹ ਭਾਈ ਜੀ ਕਹਿ ਰਹੇ ਨੇ ਕਿ 1000-1200 ਦੇ ਵੀ ਸੇਲ ਹੋਏ ਨੇ। ਬਿਲਕੁਲ, ਇਹ ਜਿਹੜਾ ਹੁਣ ਟਾਈਮ ਜਾ ਰਿਹਾ ਨਾ, ਹੁਣ ਤੇ 1000 ਰੁਪਏ ਦਾ ਲੋਕ ਹੱਸ ਕੇ ਜਿਹੜਾ ਮੁਰਗਾ ਚੁੱਕਦੇ ਨੇ ਪਏ, ਕਿਉਂਕਿ ਵਜ਼ਨ ਵੀ 6 ਮਹੀਨੇ ਬਾਅਦ ਅਲਹਮਦੁਲਿਲਾ ਕਿਲੋ ਤੋਂ 1200 1250 ਗ੍ਰਾਮ ਗੋਸ਼ਤ ਨਿਕਲਦਾ, ਬਲਕਿ 1400 ਗ੍ਰਾਮ ਵੀ ਜਿਹੜਾ ਗੋਸ਼ਤ ਜਿਹੜਾ ਉਹ ਨਿਕਲ ਸਕਦਾ ਮੁਰਗੇ 'ਚ। ਤੇ ਹਾਲ ਸਭ ਕਿੰਨੇ ਕੁ ਤੁਸੀਂ ਮੁਰਗੇ ਸੇਲ ਕੀਤੇ ਨੇ, ਇਹਦਾ ਕੋਈ ਅੰਦਾਜ਼ਾ ਹੈ ਜੀ ਕਿ ਨਹੀਂ? ਮੁਰਗੇ ਤਕਰੀਬਨ ਤੁਸੀਂ ਕਹਿ ਲਓ ਕਿ 70 ਤੋਂ 75 ਮੁਰਗੇ ਜਿਹੜੇ ਨੇ ਉਹ ਸੇਲ ਹੋ ਗਏ ਮਾਸ਼ਾਅੱਲਾ। ਤੇ ਕੋਈ ਮੁਰਗੀ ਵੀ ਸੇਲ ਕੀਤੀ ਕਿ ਸਿਰਫ ਮੁਰਗੇ? ਮੁਰਗੀਆਂ ਮੇਰੇ ਕੋਲ 10 ਤੋਂ 15 ਕੋ ਖਾਸ ਦੋਸਤ ਆਏ ਸਨ ਤੇ ਉਹ ਫਿਰ ਨਹੀਂ ਨਕਾਰ ਨਹੀਂ ਉਹਨਾਂ ਨੂੰ ਹੋ ਸਕਿਆ, ਉਹ ਫਿਰ ਲੈ ਜਾਂਦੇ ਨੇ ਜੀ। ਤੇ ਇਸ ਟਾਈਮ ਤੁਹਾਡੀਆਂ ਕਿੰਨੀਆਂ ਮੁਰਗੀਆਂ ਅੰਡੇ ਦੇ ਰਹੀਆਂ ਨੇ ਇਸ ਵੇਲੇ? ਅਲਹਮਦੁਲਿਲਾ ਹੁਣ ਤਾਂ ਜ਼ਰਾ ਕਿ ਵਿੱਚ ਤੁਹਾਨੂੰ ਦੱਸਿਆ ਕਿ ਪ੍ਰੋਬਲਮ ਆਈ ਸੀ ਤੇ ਉਹਦੀ ਵਜ੍ਹਾ ਤੋਂ ਅੰਡਾ ਘਟੇ ਹੈ ਜੀ। ਉਸ ਤੋਂ ਪਹਿਲਾਂ ਜਿਹੜਾ ਸੀ ਮੇਰੇ ਕੋਲ 60 ਮੁਰਗੀਆਂ ਨੇ ਇਸ ਟਾਈਮ, ਤੇ ਮੇਰੇ ਕੋਲ 45
47 47 ਜਿਹੜੇ ਐਵਰੇਜ ਅੰਡਾ ਸੀ ਉਹ ਮੈਨੂੰ ਮਿਲ ਰਿਹਾ ਸੀ। ਮਾਸ਼ਾਅੱਲਾ, ਅੱਛੀ ਐਵਰੇਜ। ਤੇ ਅੰਡੇ ਦਾ ਕੀ ਰੇਟ ਚੱਲਦਾ ਪਿਆ? ਅੰਡੇ ਦਾ ਭਾਵੇਂ 20 ਰੁਪਏ ਰੇਟ ਪਿਆ ਚੱਲਦਾ ਇਸ ਟਾਈਮ। 20 ਰੁਪਏ ਜੀ। ਤੇ ਤੁਹਾਨੂੰ ਸਾਰੇ ਜਿਹੜੇ 60 ਮੁਰਗੀਆਂ ਤੁਹਾਡੇ ਹਾਸਲ ਹੁੰਦੇ ਨੇ ਪਏ ਰੋਜ਼ਾਨਾ ਦੀ ਬੁਨਿਆਦ ਤੇ, ਕੋਈ 45 47, ਇਹ ਕਿੰਨੇ ਅਰਸਾ ਪਹਿਲੇ ਤੋਂ ਤੁਹਾਨੂੰ ਹਾਸਲ ਹੋ ਰਹੇ ਨੇ? ਇਹ ਤਕਰੀਬਨ ਜਦੋਂ 5 ਮਹੀਨੇ ਦੀ ਮੁਰਗੀ ਪਹਿਲੇ ਦਿਨ ਅੰਡਾ ਦਿੰਦੀ ਹੈ ਨਾ ਜੀ, ਉਸ ਦਿਨ ਤੋਂ ਲੈ ਕੇ ਤੇ ਤੁਸੀਂ ਇਹ ਕਹਿ ਲਓ ਕਿ 4 ਹਫ਼ਤੇ ਦਾ ਟਾਈਮ ਹੈ ਨਾ ਇਹਦੇ ਤੇ। ਇੱਕ ਤੇ ਆਪਣਾ ਸਾਈਜ਼ ਪੂਰਾ ਕਰ ਜਾਂਦੀ ਹੈ, ਉਸ ਤੋਂ ਬਾਅਦ ਜਿਹੜੀ ਆਪਣੀ ਐਵਰੇਜ ਹੈ ਨਾ ਡੇਲੀ ਦੀ ਉਹ ਵੀ ਮੁਕੰਮਲ ਕਰ ਜਾਂਦੀ ਹੈ। ਪਹਿਲੇ ਦਿਨ ਦਿੰਦੀ ਹੈ, ਫਿਰ ਅੱਗੋਂ ਕੁਝ ਨਾਗਾ ਇਸ ਤਰ੍ਹਾਂ ਹੀ ਹੈ ਨਾ। ਪਹਿਲੇ ਛੋਟਾ ਅੰਡਾ ਹੁੰਦਾ ਹੈ, ਉਹ ਤੇ ਅਸੀਂ ਆਪੀ ਜਿਹੜਾ ਨਾ ਘਰ ਹੀ ਇਸਤੇਮਾਲ ਕਰ ਲੈਂਦੇ ਰਹੇ ਹਾਂ। ਜਦੋਂ ਅੰਡਾ ਸਾਈਜ਼ ਭਾਰਾ ਹੋਇਆ ਉਦੋਂ ਸੇਲ ਕਰਨਾ ਸ਼ੁਰੂ ਕੀਤਾ। ਤੇ ਮੁਰਗੀ ਕਿੰਨੇ ਮਹੀਨੇ ਅੰਡੇ ਦਿੰਦੀ ਹੈ? ਇਹ ਜਨਾਬ ਤਕਰੀਬਨ ਜਿਹੜੇ ਹੈ ਨਾ 6 ਮਹੀਨੇ ਅੰਡਾ ਦੇ ਜਾਂਦੀ ਹੈ ਅਲਾ ਤੂਲੀਆ ਨੇ। ਉਸ ਤੋਂ ਬਾਅਦ ਜਿਹੜਾ ਇਹ ਵੇ ਕਿ ਦੂਸਰੇ ਸਾਲ ਵੀ ਅੰਡਾ ਤੇ ਦਿੰਦੀ ਹੈ, ਪਰ ਇਹਦੀ ਰੇਸ਼ੋ ਜਿਹੜੀ ਉਹ ਘਟਣਾ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਤੇ ਤੁਹਾਡੇ ਖਿਆਲ ਨਾਲ ਮੁਰਗੀ ਕੋਲੋਂ 1 ਸਾਲ ਹੀ ਅੰਡੇ ਲੈਣਾ ਕਾਫੀ ਹੈ ਜਾਂ ਕਿ ਉਹਨੂੰ ਰੱਖ ਕੇ ਅੱਗੋਂ ਫਿਰ ਅੰਡੇ ਲੈਣਾ ਮੁਨਾਸਬ ਹੈ? ਜਨਾਬ ਮੈਂ ਤਾਂ ਇੱਕੋ ਸਾਲ ਹੀ, ਪਿਛਲੇ ਸਾਲ ਵੀ ਲਏ ਹਨ ਤੇ ਇੱਕੋ ਸਾਲ ਹੀ ਲਏ ਸਨ। ਬਾਕੀ ਗਰਮੀਆਂ ਆ ਗਈ ਸੀ, ਅੰਡਾ ਤੋਂ ਦੇ ਰਹੀ ਸੀ, ਉਦੋਂ ਮੈਂ ਫਿਰ ਉਹ ਮੁਰਗੀਆਂ ਜਿਹੜੀਆਂ ਨਾ ਮੈਨੂੰ ਰੇਟ ਅੱਛਾ ਮਿਲ ਗਿਆ ਤੇ ਮੈਂ ਸੇਲ ਕਰ ਦਿੱਤੀਆਂ ਹਨ, ਕਿਉਂਕਿ ਆਂਡੇ ਦੀ ਲਾਗਤ ਘਟ ਜਾਂਦੀ ਗਰਮੀ 'ਚ। ਜੀ। ਤੇ ਉਦੋਂ ਜਦੋਂ ਗਰਮੀ ਦਾ ਸ਼ੁਰੂਆਤ ਹੋਈ ਜਾਂਦੀ ਹੈ ਉਦੋਂ ਮੁਰਗੀ ਕਿੰਨੇ ਦੀ ਸੇਲ ਹੋਈ ਜਾਂਦੀ ਹੈ? ਜਨਾਬ ਮੈਂ 400 ਦੀ ਵੀ ਸੇਲ ਕੀਤੀ ਤੇ 500 ਦੀ ਵੀ ਸੇਲ ਕੀਤੀ। ਮਾਸ਼ਾਅੱਲਾ, ਅੱਛਾ ਰੇਟ ਮਿਲ ਜਾਂਦਾ। ਹਾਲ ਸਾਹਿਬ ਤੁਸੀਂ ਆਪਣੇ ਕਾਰੋਬਾਰ ਦੇ ਮੁਤਲਕ ਕਾਫੀ ਅੱਛੀਆਂ ਤੇ ਕੀਮਤੀ ਗੱਲਾਂ ਦੱਸੀਆਂ ਨੇ ਮਾਸ਼ਾਅੱਲਾ। ਇਹ ਦੱਸੋ ਕਿ ਇੱਕ ਮੁਰਗੀ ਜਿਹੜਾ ਆਪਣਾ ਖਰਚਾ ਕਰਵਾ ਕੇ ਤਿਆਰੀ ਕਰਵਾ ਕੇ ਜੀ ਆਪਣੇ ਮਾਲਕ ਨੂੰ ਕਿੰਨਾ ਕੁ ਫਾਇਦਾ ਮੁਨਾਫਾ ਦੇ ਜਾਂਦੀ ਹੈ? ਜਨਾਬ ਅਗਰ ਤੁਹਾਡੇ 50-50 ਮੁਰਗੀ ਤੇ ਮੁਰਗਾ ਜਿਹੜਾ ਨਾ ਉਹ ਨਿਕਲ ਆਉਂਦੇ ਨਾ, ਅਗਰ ਤੁਸੀਂ 100 ਜਾਨਵਰ ਲਏ ਆ ਉਹਦੇ ਚੋਂ 50 ਮੁਰਗੀਆਂ ਤੇ 50 ਮੁਰਗੇ ਅਗਰ ਤੁਹਾਡੇ ਨਿਕਲ ਆਏ ਨਾ ਤੇ ਆਂਡਾ ਦੇਣ ਤੱਕ ਮੁਰਗੇ ਜਿਹੜੇ ਨਾ ਉਹ ਤੁਹਾਡਾ ਜਿੰਨਾ ਵੀ ਖਰਚਾ ਹੈ ਨਾ ਉਹ ਤੁਹਾਨੂੰ ਜਿਹੜਾ ਰਿਟਰਨ ਕਰ ਜਾਣਗੇ, ਇਹਨੂੰ ਵਾਪਸ ਕਰ ਦੇਣਗੇ। ਮਾਸ਼ਾਅੱਲਾ, ਯਾਨੀ ਕਿ ਅੱਗੋਂ ਫਿਰ ਬੱਚਾ ਤੇ ਮੁਰਗੀ ਅੱਗੋਂ ਬੱਚਾ ਤੇ ਅੱਗੋਂ ਫੀਡ ਪਾਈ ਜਾਓ, ਆਂਡਾ ਲਈ ਜਾਓ। ਉਸ ਤੋਂ ਬਾਅਦ ਜਿਹੜਾ 500 ਰੁਪਏ ਦੀ 4 ਤੋਂ ਲੈ ਕੇ 4 ਤੋਂ 500 ਦੇ ਵਿੱਚ, ਜਿਵੇਂ ਹੁਣ ਫੀਡ ਮਹਿੰਗੀ ਹੋ ਗਈ ਹੈ, ਮੇਰਾ ਖਿਆਲ ਹੈ ਕਿ ਇਸ ਸੀਜ਼ਨ 500 ਦੀ ਮੁਰਗੀ ਹੱਸ ਕੇ ਜਾਏਗੀ ਤੁਹਾਡੀ ਆਊਟ ਸੀਜ਼ਨ ਦੇ ਵਿੱਚ। ਅੱਛਾ, ਅਗਰ ਕੋਈ ਬੰਦਾ ਮੁਰਗੀ ਲੈਣਾ ਚਾਹੁੰਦਾ ਹੈ ਜਾਂ ਅੰਡੇ ਲੈਣਾ ਚਾਹੁੰਦਾ ਹੈ ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਜੀ ਕਿਉਂ ਨਹੀਂ ਰਾਬਤਾ ਕਰ ਸਕਦਾ। ਇਹ ਭਾਈ ਦਾ ਮੋਬਾਈਲ ਨੰਬਰ? ਮੋਬਾਈਲ ਨੰਬਰ ਹੈ ਮੇਰਾ 0347 ਜੀ 49 17 827। ਠੀਕ ਹੈ। ਹਾਲ ਸਾਹਿਬ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਉਮਦਾ ਤੇ ਸੋਹਣੀ ਗੁਫ਼ਤਗੂ ਕੀਤੀ ਹੈ। इंशाअल्लाह नाजरीन का भी फायदा होएगा ते अल्लाह पाक तुहाडे कारोबार च भी मजीद इजाफा अता फरमाए। अल्लाह हाफिज़।